ਕੀ ਕਾਰਨ ਹੈ ਇਹ ਸਾਰੀ ਘਟਨਾ ਨੂੰ ਕਿਵੇਂ ਵੇਖਦੇ ਹੋ ਕਿ ਘੱਟ ਗਿਣਤੀਆਂ ਦੇ ਨਾਲ, ਮਨੋਰਟੀ ਦੇ ਨਾਲ, ਦਲਿਤਾਂ ਦੇ ਨਾਲ ਇਹ ਧੱਕਾ ਹੁੰਦਾ ਰਹੇਗਾ ਜਾਂ ਇਹ ਦੇਸ਼ ਰਹਿਣ ਯੋਗ ਰਹੇਗਾ ਜਾਂ ਨਹੀਂ? ਇੱਥੋਂ ਹੀ ਮੈਂ ਗੱਲ ਸ਼ੁਰੂ ਕਰਦਾ ਕਿ ਅੱਜ ਪ੍ਰਧਾਨ ਮੰਤਰੀ 78ਵੇਂ ਦਿਨ ਕਿਉਂ ਬੋਲਿਆ। ਜਦੋਂ ਤੁਸੀਂ ਕਿਸੇ ਇੱਕ ਘਟਨਾ ਤੇ ਦੋਸ਼ੀਆਂ ਨੂੰ ਸਜ਼ਾ ਨਹੀਂ ਦਿੰਦੇ ਤਾਂ ਅਗਲੀ ਘਟਨਾ ਵਾਪਰਦੀ। ਗੁਜਰਾਤ ਵਿੱਚ ਮੁਸਲਮਾਨ ਬੀਬੀਆਂ ਨਾਲ ਇਹੀ ਕੁਝ ਹੋਇਆ ਜੋ ਅੱਜ ਮਣੀਪੁਰ ਦੀਆਂ ਬੀਬੀਆਂ ਨਾਲ ਹੋਇਆ। ਸ਼ਹਿ ਦੇਣਾ ਵੀ ਕੋਈ ਹੋਰ ਹੁੰਦਾ ਹੈ, ਵੀ ਕੋਈ ਕਰਦਾ ਤੇ ਸਰਕਾਰ ਸ਼ਹਿ ਦੇ ਦਿੰਦੀ ਹੈ। ਨਾ, ਸਰਕਾਰਾਂ ਆਪ ਪਲਾਨ ਕਰਕੇ ਕਰਾਉਂਦੀਆਂ ਨੇ। ਨਿੱਕੀਆਂ ਕੁੜੀਆਂ ਕਰਕੇ ਸਮਾਜ ਦੇ ਵਿੱਚ ਤੁਸੀਂ ਕਰਦੇ ਤੇ ਕੁੜੀਆਂ ਕਹਿੰਦੀਆਂ ਨੇ ਸਾਡੇ ਹਵਾਲੇ ਕਰ ਦਿਓ ਉਹ ਕਾਤਲ, ਕਿਉਂਕਿ ਸਾਨੂੰ ਪੁਲਿਸ ਨੇ ਫੜ ਕੇ ਭੀੜ ਦੇ ਹਵਾਲੇ ਕੀਤਾ ਹੈ। ਇਸ ਤੋਂ ਵੱਡਾ ਪ੍ਰੂਫ ਕੀ ਚਾਹੀਦਾ? ਦਰਸ਼ਕੋ, ਤੁਸੀਂ ਦੇਖ ਰਹੇ ਹੋ ਅਕਾਲ ਚੈਨਲ। ਮੈਂ ਤੁਹਾਡਾ ਆਪਣਾ ਬੇਅੰਤ ਸਿੰਘ। ਗੱਲਬਾਤ ਕਰਾਂਗੇ 3 ਮਈ ਦੀ ਘਟਨਾ ਮਣੀਪੁਰ ਹੁੰਦੀ ਹੈ ਔਰ ਦੇਸ਼ ਨੂੰ ਸ਼ਰਮਸ਼ਾਰ ਕਰਨ ਵਾਲੀ ਇਹ ਘਟਨਾ 78 ਦਿਨ ਬਾਅਦ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਜ਼ੁਬਾਨ ਤੋਂ ਕੁਝ ਸ਼ਬਦ ਨਿਕਲਦੇ ਨੇ ਜਦੋਂ ਪਬਲਿਕ ਡੋਮੇਨ ਵਿੱਚ ਗੱਲ ਆ ਜਾਂਦੀ ਹੈ। ਪਰ ਇੰਨੇ ਦਿਨ ਵੇਟ ਕਰਨ ਤੋਂ ਬਾਅਦ ਜਾਂ ਇਹ ਪਹਿਲਾਂ ਕਿਉਂ ਨਹੀਂ, ਔਰ ਬਹੁਤ ਸਾਰੇ ਸਵਾਲ ਖੜੇ ਕਰ ਦਿੱਤੇ ਜਾਂਦੇ ਨੇ ਕਿ ਇਹ ਉਹ ਦੇਸ਼ ਹੈ ਜਿੱਥੇ ਧੀਆਂ ਭੈਣਾਂ ਦੀ ਇੱਜ਼ਤ ਮਹਿਫੂਜ਼ ਨਹੀਂ। ਭਾਵੇਂ 1984 ਦਾ ਸਮਾਂ ਯਾਦ ਕਰ ਲਈਏ, ਦਿੱਲੀ ਦੀਆਂ ਸੜਕਾਂ ਦੇ ਉੱਤੇ ਕਿਵੇਂ ਧੀਆਂ ਦੀ ਇੱਜ਼ਤ ਲੁੱਟੀ ਗਈ, ਉਹਨਾਂ ਨੂੰ ਬੇਪਤ ਕੀਤਾ ਗਿਆ। ਇਸੇ ਤਰ੍ਹਾਂ ਆ ਪਿਛਲੇ ਸਮੇਂ ਇੱਕ ਘਟਨਾ ਹੋਈ, ਦਿੱਲੀ ਦੀ ਚੱਲਦੀ ਬੱਸ ਵਿੱਚ ਇੱਕ ਧੀ ਦੇ ਨਾਲ ਬਲਾਤਕਾਰ ਕੀਤਾ ਗਿਆ। ਗੁਜਰਾਤ ਵਿੱਚ ਬਿਲਕਿਸ ਬਾਨੋ ਦਾ ਕੇਸ ਤੁਹਾਡੇ ਸਾਹਮਣੇ ਆ। ਅੱਜ ਮਣੀਪੁਰ ਦੀ ਘਟਨਾ ਆ ਜਾਂਦੀ ਹੈ। ਇਹ ਮਣੀਪੁਰਾ ਦੀ ਘਟਨਾ ਕੀ ਹੈ, ਇਹਦੇ ਬਾਰੇ ਜਾਣਨ ਦਾ ਯਤਨ ਕਰਾਂਗੇ। ਅੱਜ ਸਾਡੇ ਨਾਲ ਗੱਲਬਾਤ ਦਾ ਹਿੱਸਾ ਰਹਿਣਗੇ ਬਹੁਤ ਸਤਿਕਾਰਯੋਗ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ। ਸਭ ਤੋਂ ਪਹਿਲਾਂ ਉਹਨਾਂ ਦਾ ਅਕਾਲ ਚੈਨਲ ਤੇ ਸਵਾਗਤ ਕਰਦੇ ਹਾਂ, ਫਤਿਹ ਅਰਜ਼ ਕਰਦੇ ਹਾਂ। ਪ੍ਰੋਫੈਸਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਸਾਹਿਬ, ਬਹੁਤ ਸਾਰੀ ਸ਼ਰਮਨਾਕ ਘਟਨਾ ਜਿਹਨੂੰ ਆਪਾਂ ਜਿੰਨਾ ਨਿੰਦ ਸਕੀਏ ਘੱਟ ਆ, ਔਰ 78 ਦਿਨ ਬੀਤਣ ਤੋਂ ਬਾਅਦ ਪਬਲਿਕ ਡੋਮੇਨ ਵਿੱਚ ਗੱਲ ਆਉਂਦੀ ਹੈ ਤੇ ਇੱਥੋਂ ਦੇ ਅਖੌਤੀ ਲੀਡਰਾਂ ਦੇ ਜ਼ਬਾਨ ਚੋਂ ਫਿਰ ਕੁਝ ਸ਼ਬਦ ਨਿਕਲਦੇ ਨੇ ਕਿ ਇਹ ਮਾੜਾ ਹੋਇਆ। ਹਾਲੇ ਵੀ ਕੋਈ ਪਾਰਟੀਆਂ ਸੁਹਿਰਦ ਨਹੀਂ ਹੋਈਆਂ ਕਿ ਰਾਜਾਂ ਦੇ ਮੁੱਖ ਮੰਤਰੀਆਂ ਨੇ ਕੋਈ ਬਿਆਨ ਦੇ ਦਿੱਤਾ। ਕਿ ਮੋਦੀ ਸਾਹਿਬ ਦਾ ਬਿਆਨ ਆਇਆ, ਉਹ ਵੀ ਤਾਂ ਆਇਆ ਕਿ ਹੁਣ ਸਰਕਾਰ ਉਹਨਾਂ ਦੀ ਹੈ, ਉੱਥੇ ਕਈ ਤਰ੍ਹਾਂ ਸਵਾਲ ਖੜੇ ਹੋਣਗੇ। ਕੀ ਕਾਰਨ ਹੈ ਇਹ ਸਾਰੀ ਘਟਨਾ ਨੂੰ ਕਿਵੇਂ ਵੇਖਦੇ ਹੋ ਕਿ ਘੱਟ ਗਿਣਤੀਆਂ ਦੇ ਨਾਲ, ਮਨੋਰਟੀ ਦੇ ਨਾਲ, ਦਲਿਤਾਂ ਦੇ ਨਾਲ ਇਹ ਧੱਕਾ ਹੁੰਦਾ ਰਹੇਗਾ ਜਾਂ ਇਹ ਦੇਸ਼ ਰਹਿਣ ਯੋਗ ਰਹੇਗਾ ਜਾਂ ਨਹੀਂ? ਦੇਖੋ ਸਰਦਾਰ ਬੇਅੰਤ ਸਿੰਘ ਜੀ, ਤੁਸੀਂ ਜਿਹੜੀ ਗੱਲ ਪੁੱਛੀ ਹੈ ਮਣੀਪੁਰ ਦੀ ਘਟਨਾ ਬਾਰੇ, ਜੀ ਬਹੁਤੇ ਕਰਕੇ ਆਮ ਲੋਕਾਂ ਨੂੰ ਉਦੋਂ ਥੋੜ੍ਹੀ ਜਿਹੀ ਹਿਲਜੁਲ ਹੋਈ ਹੈ ਜਿਹੜੇ ਮਣੀਪੁਰ ਤੋਂ ਬਹੁਤ ਦੂਰ ਨੇ, ਜਿਵੇਂ ਅਸੀਂ ਪੰਜਾਬ ਆ ਜੀ। ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਬਿਆਨ ਦਿੱਤਾ ਕੱਲ ਜੀ ਕਿ ਮਣੀਪੁਰ ਵਾਲੀ ਘਟਨਾ ਸ਼ਰਮਸ਼ਾਰ ਕਰਨ ਵਾਲੀ ਹੈ ਜੀ, ਹੁਣ ਇਹ ਗੱਲ ਤੋਂ ਹੀ ਮੈਂ ਆਪਣੀ ਗੱਲ ਸ਼ੁਰੂ ਕਰਦਾ ਜੋ ਤੁਸੀਂ ਪੁੱਛਿਆ ਹੈ। ਜੀ ਦੇਸ਼ ਦਾ ਪ੍ਰਧਾਨ ਮੰਤਰੀ, ਜੋ ਇੰਡੀਆ ਦਾ ਸਿਸਟਮ ਹੈ, ਜਿੰਨਾ ਕਿ ਸਾਨੂੰ ਪਤਾ ਹੈ, IB ਵਰਗੀਆਂ ਬਹੁਤ ਹੀ ਵੱਡੀਆਂ ਏਜੰਸੀਜ਼ ਨੇ ਜਿਹੜੀਆਂ ਸਰਕਾਰ ਵਾਸਤੇ ਕੰਮ ਕਰਦੀਆਂ ਨੇ ਜੀ, ਤੇ ਉਹਨਾਂ ਦਾ ਸਿੱਧਾ ਸੰਬੰਧ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਹੁੰਦਾ ਹੈ ਜੀ। ਉਹ 10 ਮਿੰਟ ਦੇ ਵਿੱਚ ਕੋਈ ਵੀ ਅਹਿਮ ਘਟਨਾ ਵਾਪਰਦੀ ਹੈ, ਜਿਵੇਂ ਕਿ ਆਹ 3 ਮਈ ਵਾਲੀ ਘਟਨਾ ਤੁਸੀਂ ਕਿਹਾ ਹੈ, ਤਾਂ ਜੇ ਪ੍ਰਧਾਨ ਮੰਤਰੀ ਦੇਸ਼ ਦੇ ਵਿੱਚ ਹੋਵੇ 10 ਤੋਂ 20 ਮਿੰਟ ਦੇ ਵਿੱਚ ਉਹਨਾਂ ਕੋਲ ਉਹ ਐਗਜ਼ੈਕਟ ਖਬਰ ਚਲੀ ਜਾਂਦੀ ਹੈ ਕਿ ਕੀ ਵਾਪਰ ਰਿਹਾ ਹੈ ਜਾਂ ਵਾਪਰਿਆ। ਜੇ ਦੇਸ਼ ਵਿੱਚ ਹੋਣ, ਜੇ ਉਹ ਦੇਸ਼ 'ਚ ਹੋਣ, ਜੀ, ਜੇ ਉਹ ਦੇਸ਼ ਤੋਂ ਬਾਹਰ ਹੋਣ ਤਾਂ ਇਹ ਆਸ ਕੀਤੀ ਜਾਂਦੀ ਹੈ ਕਿ ਵਿਦਿਨ 24 ਆਵਰਸ, ਕਿਉਂਕਿ ਦਿਨ ਤੇ ਰਾਤ ਦਾ ਕਈ ਮੁਲਕਾਂ ਵਿੱਚ ਫਰਕ ਹੁੰਦਾ ਹੈ, ਤਾਂ 24 ਘੰਟੇ ਦੇ ਵਿੱਚ ਪ੍ਰਧਾਨ ਮੰਤਰੀ ਨੂੰ ਇਹੋ ਜਿਹੀਆਂ ਅਹਿਮ ਘਟਨਾਵਾਂ ਬਾਰੇ ਜਾਣਕਾਰੀ ਹੂਬਹੂ ਦੇ ਦਿੱਤੀ ਜਾਂਦੀ ਹੈ। ਪਰ ਇਹ 78 ਦਿਨ ਬਾਅਦ ਪਤਾ ਲੱਗਾ। ਇੱਥੋਂ ਹੀ ਮੈਂ ਗੱਲ ਸ਼ੁਰੂ ਕਰਦਾ ਕਿ ਅੱਜ ਪ੍ਰਧਾਨ ਮੰਤਰੀ 78ਵੇਂ ਦਿਨ ਕਿਉਂ ਬੋਲਿਆ। ਜੀ, ਮੈਂ ਇਹਨੂੰ ਪਿਛਲੀਆਂ ਘਟਨਾਵਾਂ ਨਾਲ ਰਿਲੇਟ ਕਰਦਾ ਜੀ। ਜਦੋਂ ਤੁਸੀਂ ਕਿਸੇ ਇੱਕ ਘਟਨਾ ਤੇ ਦੋਸ਼ੀਆਂ ਨੂੰ ਸਜ਼ਾ ਨਹੀਂ ਦਿੰਦੇ ਜੀ ਤਾਂ ਅਗਲੀ ਘਟਨਾ ਵਾਪਰਦੀ ਹੈ। ਦੋਸ਼ੀ ਹਮੇਸ਼ਾ ਸੋਚਦਾ ਹੈ ਕਿ ਮੇਰੇ ਤੋਂ ਪਹਿਲਾਂ ਜਿਹੜੀ ਉਹ ਘਟਨਾ ਵਾਪਰੀ ਸੀ ਉਦੋਂ ਵੀ ਕੁਝ ਨਹੀਂ ਸੀ ਹੋਇਆ ਤਾਂ ਮੈਨੂੰ ਵੀ ਕੁਝ ਨਹੀਂ ਹੋਊਗਾ। ਜੀ ਬਿਲਕੁਲ। ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਗੱਲ ਕਰਦਾ। ਇਹੋ ਜਿਹੀ ਹੀ ਘਟਨਾ
ਜੀ 2002 ਦੇ ਵਿੱਚ ਅੱਜ ਤੋਂ 21 ਸਾਲ ਪਹਿਲਾਂ ਵਾਪਰੀ। ਜੀ ਉਸ ਵਕਤ ਮੋਦੀ ਸਾਹਿਬ, ਨਰਿੰਦਰ ਮੋਦੀ ਜੀ ਗੁਜਰਾਤ ਦੇ ਚੀਫ ਮਿਨਿਸਟਰ ਸੀ। ਜੀ ਉੱਪਰ ਸੈਂਟਰ ਦੇ ਵਿੱਚ ਵੀ ਇਹਨਾਂ ਦੀ ਬੀਜੇਪੀ ਸਰਕਾਰ ਸੀ ਤੇ ਅਟਲ ਬਿਹਾਰੀ ਵਾਜਪਾਈ ਉੱਥੋਂ ਦੇ ਦੇਸ਼ ਦੇ ਪ੍ਰਧਾਨ ਮੰਤਰੀ ਸੀ, ਜਿੱਥੇ ਅੱਜ ਇਹ ਬੈਠੇ ਨੇ। ਜੀ ਗੁਜਰਾਤ ਵਿੱਚ ਮੁਸਲਮਾਨ ਬੀਬੀਆਂ ਨਾਲ ਇਹੀ ਕੁਝ ਹੋਇਆ ਜੋ ਅੱਜ ਮਣੀਪੁਰ ਦੀਆਂ ਬੀਬੀਆਂ ਨਾਲ ਹੋਇਆ ਹੈ। ਜੀ ਤਾਂ ਉਸ ਵਕਤ ਦੇ ਪ੍ਰਧਾਨ ਮੰਤਰੀ ਨੇ ਵੀ ਇਸ ਨਰਿੰਦਰ ਮੋਦੀ ਨੂੰ, ਜਿਹੜਾ ਚੀਫ ਮਿਨਿਸਟਰ ਸੀ, ਇਹੀ ਕਿਹਾ ਸੀ ਕਿ ਜੋ ਕੁਝ ਵੀ ਗੁਜਰਾਤ ਵਿੱਚ ਵਾਪਰਿਆ ਹੈ, ਸਟੇਟ ਗਵਰਨਮੈਂਟ ਨੇ, ਭਾਵ ਚੀਫ ਮਿਨਿਸਟਰ ਨੇ ਆਪਣਾ ਰਾਜ ਧਰਮ ਨਹੀਂ ਨਿਭਾਇਆ। ਜੀ ਨਿਭਾਏ ਦਾ ਮਤਲਬ ਜਾਣ ਬੁੱਝ ਕੇ। ਇਹ ਉਸ ਵਕਤ ਦਾ ਪ੍ਰਧਾਨ ਮੰਤਰੀ ਬੋਲ ਗਿਆ ਸੀ, ਅੱਜ ਦਾ ਪ੍ਰਧਾਨ ਮੰਤਰੀ ਬੋਲ ਰਿਹਾ ਹੈ, ਉੱਥੇ ਵੀ ਬੀਜੇਪੀ ਦੀ ਸਰਕਾਰ ਹੈ। ਹੁਣ ਅੱਜ ਮੈਂ ਇੰਡੀਅਨ ਐਕਸਪ੍ਰੈਸ ਪੜ੍ਹ ਰਿਹਾ ਸੀ, ਜੀ ਅੱਜ ਦੀ ਇੰਡੀਅਨ ਐਕਸਪ੍ਰੈਸ ਦੇ ਵਿੱਚ ਉਹਨਾਂ ਬੀਬੀਆਂ ਚੋਂ ਇੱਕ ਬੀਬੀ ਕਹਿ ਰਹੀ ਹੈ ਕਿ ਸਾਨੂੰ ਪੁਲਿਸ ਨੇ ਭੀੜ ਹਵਾਲੇ ਕੀਤਾ। ਹੁਣ ਪੁਲਿਸ ਹੁੰਦੀ ਆ ਸਟੇਟ ਦੀ, ਸਟੇਟ ਪਰ ਬੀਜੇਪੀ ਦਾ ਰਾਜ ਹੈ। 78ਵੇਂ ਦਿਨ ਪ੍ਰਧਾਨ ਮੰਤਰੀ ਬੋਲ ਰਿਹਾ ਹੈ। ਜਦੋਂ ਗੱਲ ਫੈਲੀ ਉਹਦੇ ਕੋਲ ਵੀ ਚਲੇ ਗਏ ਟੈਲੀਵਿਜ਼ਨ ਵਾਲੇ। ਜੀ ਮੰਨ ਲਓ ਜੇ ਪੁਲਿਸ ਨੇ ਉਹਨਾਂ ਬੀਬੀਆਂ ਨੂੰ ਭੀੜ ਦੇ ਹਵਾਲੇ ਕੀਤਾ, ਇਹਦਾ ਮਤਲਬ ਸਟੇਟ ਆਪ ਕਰਵਾ ਰਹੀ ਹੈ। ਬਿਲਕੁਲ, ਜਿਸ ਤਰ੍ਹਾਂ ਮੋਦੀ ਨੇ 2002 ਦੇ ਵਿੱਚ ਮੁਸਲਮਾਨਾਂ ਦਾ ਕਤਲੇਆਮ ਗੁਜਰਾਤ ਚ ਕਰਾਇਆ, ਜੀ ਜਿੱਦਾਂ 84 ਦੇ ਵਿੱਚ ਕਾਂਗਰਸ ਨੇ ਸਿੱਖਾਂ ਦਾ ਕਤਲੇਆਮ ਕਰਾਇਆ, ਜਿੱਦਾਂ 92 ਦੇ ਵਿੱਚ ਬੀਜੇਪੀ ਤੇ ਕਾਂਗਰਸ ਨੇ ਮਿਲ ਕੇ ਬਾਬਰੀ ਮਸਜਿਦ ਢਾਈ, ਉਸੇ ਤਰ੍ਹਾਂ ਹੀ ਆ ਮਣੀਪੁਰ ਵਾਲਾ ਜਿਹੜਾ ਹੈ, ਸੈਂਟਰ ਦੀ ਬੀਜੇਪੀ ਤੇ ਸਟੇਟ ਦੀ ਬੀਜੇਪੀ ਦੋਨਾਂ ਨੇ ਮਿਲ ਕੇ ਕਰਾਇਆ। ਤਾਂ ਹੀ 78ਵੇਂ ਦਿਨ ਬੋਲਿਆ। ਬਸ ਪਹਿਲਾ ਪੁਆਇੰਟ ਤਾਂ ਮੇਰਾ ਇਹ ਹੈ ਕਿ ਪ੍ਰਧਾਨ ਮੰਤਰੀ ਜੇ 78ਵੇਂ ਦਿਨ ਬੋਲੇ ਅੱਜ, ਜਦੋਂ ਸੁਪਰੀਮ ਕੋਰਟ ਨੇ ਵੀ ਕਹਿਤਾ ਕਿ ਅਸੀਂ ਕੁਝ ਦਿਨ ਦਿੰਨੇ ਆ ਸਟੇਟ ਨੂੰ, ਭਾਵ ਰਾਜਸੀ ਪਾਰਟੀਆਂ ਨੂੰ ਜਿਹੜੀਆਂ ਰਾਜ ਕਰ ਰਹੀਆਂ ਨੇ, ਚਾਹੇ ਸੈਂਟਰ 'ਚ ਚਾਹੇ ਸਟੇਟ 'ਚ, ਨਹੀਂ ਤਾਂ ਫਿਰ ਇਹ ਮਸਲਾ ਅਸੀਂ ਆਪਣੇ ਹੱਥ 'ਚ ਲਵਾਂਗੇ। ਇਹ ਅਦਾਲਤ ਨੂੰ ਕਹਿਣ ਦੀ ਕਿਉਂ ਲੋੜ ਪਈ, ਉਹ ਵੀ ਸੁਪਰੀਮ ਕੋਰਟ ਨੂੰ। ਉਹ ਇਹ ਹੈ ਕਿ ਇਹਨਾਂ ਦੀ ਜਿਹੜੀ ਨਾਕਾਮੀ ਹੈ ਉਹ ਜੱਗ ਜ਼ਾਹਿਰ ਹੋ ਗਈ। ਜਿਹੜਾ ਉਹਨੇ ਸ਼ਰਮਸ਼ਾਰ ਕਿਹਾ ਨਾ, ਉਹ ਸ਼ਰਮਸ਼ਾਰ ਇਹਨਾਂ ਨੂੰ। ਕਿਉਂਕਿ ਇੱਕ ਉਦਾਹਰਨ ਮੈਂ ਬੜੀ ਇੰਪੋਰਟੈਂਟ ਦਿੰਨਾ, ਆ ਪਿਛਲੇ ਦਿਨ ਇੱਕ ਹਫ਼ਤਾ ਪਹਿਲਾਂ ਨਰਿੰਦਰ ਮੋਦੀ ਅਮਰੀਕਾ ਦੇ ਵਿੱਚ ਟੂਰ ਤੇ ਸੀਗੇ, 10 ਦਿਨ ਪਹਿਲਾਂ। ਜਦੋਂ ਉਹ ਟੂਰ ਤੇ ਸੀ, ਐਟ ਵੈਰੀ ਦੈਟ ਟਾਈਮ, ਉਸੇ ਵਕਤ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਇੱਕ ਟਵੀਟ ਕੀਤਾ ਆਪਣੇ ਅਫੀਸ਼ੀਅਲ ਅਕਾਊਂਟ ਤੋਂ ਕਿ ਭਾਰਤ ਵਿੱਚ ਘੱਟ ਗਿਣਤੀਆਂ ਸੁਰੱਖਿਅਤ ਨਹੀਂ ਹਨ। ਇਹਦਾ ਮਤਲਬ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ। ਤੇ ਇਸ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਿਉਂ ਨਹੀਂ ਪਤਾ ਲੱਗਦਾ? ਪਤਾ ਲੱਗਦਾ ਹੈ। ਹੋਰ ਕੋਈ ਕੇਸ ਹੋਣ, ਜੇਕਰ ਹੁਣ ਬਿਲਕਿਸ ਬਾਨੋ ਦਾ ਕੇਸ ਲਈਏ, ਬਿਲਕਿਸ ਬਾਨੋ ਦੇ ਜਿਹੜੇ ਦੋਸ਼ੀ, ਜਿਹੜੇ ਇਸ ਦੋਸ਼ 'ਚ ਅੰਦਰ ਚਲੇ ਗਏ ਨੇ, ਅਦਾਲਤ ਨੇ ਅੰਦਰ ਕਰਤੇ ਨੇ ਵੀ ਇਹਨਾਂ ਬੰਦਿਆਂ ਨੇ ਬਿਲਕਿਸ ਬਾਨੋ ਦਾ ਬਲਾਤਕਾਰ ਕੀਤਾ ਤੇ ਉਹਦੇ ਰਿਸ਼ਤੇਦਾਰਾਂ ਦਾ ਕਤਲ ਕੀਤਾ ਹੈ। ਉਸ ਦੋਸ਼ ਦੇ ਵਿੱਚ ਅੰਦਰ ਬੈਠੇ ਬੰਦੇ, ਇੰਡੀਆ ਦੀ ਬੀਜੇਪੀ ਸਰਕਾਰ ਤੇ ਗੁਜਰਾਤ ਦੀ ਸਰਕਾਰ 15 ਅਗਸਤ ਆਜ਼ਾਦੀ ਜਿਹਨੂੰ ਉਹ ਕਹਿੰਦੇ ਨੇ, ਆਜ਼ਾਦੀ ਵਾਲੇ ਦਿਨ ਛੱਡ ਦਿੰਦੇ ਨੇ, ਹਾਰ ਪਾਏ ਜਾਂਦੇ ਨੇ, ਉਹਨਾਂ ਨੂੰ ਹਾਰ ਪਾਏ ਜਾਂਦੇ ਨੇ ਤੇ ਲਿਖਿਆ ਜਾਂਦਾ ਹੈ ਫॉर ਗੁੱਡ ਕੰਡਕਟ। ਉਹਨਾਂ ਦਾ ਵਿਹਾਰ ਬਹੁਤ ਚੰਗਾ ਸੀ। ਮਤਲਬ ਕਿ ਇਹੋ ਜਿਹੇ ਲੋਕ ਜੇ ਤੁਸੀਂ ਛੱਡ ਦੋਗੇ ਤਾਂ ਮਣੀਪੁਰ ਵਾਲੀਆਂ ਘਟਨਾਵਾਂ ਵਾਪਰਨਗੀ। ਸੋ ਮੇਰਾ ਇੱਥੇ ਇਹ ਗੱਲ ਕਹਿਣੀ ਹੈ, ਸਰਕਾਰ ਆਪ ਸ਼ਹਿ ਦਿੰਦੀ ਹੈ, ਸਰਕਾਰਾਂ ਕਰਾਉਂਦੀਆਂ ਨੇ। ਸ਼ਹਿ ਦੇਣਾ ਵੀ ਕੋਈ ਹੋਰ ਹੁੰਦਾ, ਵੀ ਕੋਈ ਕਰਦਾ ਹੈ ਤੇ ਸਰਕਾਰ ਸ਼ਹਿ ਦੇ ਦਿੰਦੀ ਹੈ ਨਾ। ਸਰਕਾਰਾਂ ਆਪ ਪਲਾਨ ਕਰਕੇ ਕਰਾਉਂਦੀਆਂ ਨੇ। ਜਿਹੜੀਆਂ ਤੁਹਾਨੂੰ ਮੈਂ ਬੇਨਤੀ ਰੂਪ ਦੇ ਵਿੱਚ ਉਦਾਹਰਨਾਂ ਦਿੱਤੀਆਂ ਨੇ, ਚਾਹੇ 84, ਚਾਹੇ 78 ਦੇ ਵਿੱਚ ਸਿੱਖਾਂ ਦਾ ਕਤਲੇਆਮ ਕੀਤਾ ਜਾਂਦਾ ਹੈ। ਅੱਜ ਤੱਕ ਕਿਸੇ ਵੀ ਦੋਸ਼ੀ ਨੂੰ 1 ਘੰਟੇ ਦੀ ਸਜ਼ਾ ਨਹੀਂ ਹੋਈ। ਫਿਰ ਉਹ 13 ਸਿੰਘਾਂ ਨੂੰ ਕੌਣ ਸ਼ਹੀਦ ਕਰ ਗਿਆ? ਇਹ ਸਵਾਲ ਖੜਾ ਹੈ। ਜੁਡੀਸ਼ਰੀ ਵੀ ਇੱਥੇ ਹੈ, ਪੋਲੀਟੀਕਲ ਪਾਰਟੀਆਂ ਵੀ ਇੱਥੇ ਨੇ, ਸਿੱਖ ਕਹਾਉਂਦੀਆਂ ਪਾਰਟੀਆਂ ਵੀ ਇੱਥੇ ਨੇ। ਪਰ ਅੱਜ 46ਵਾਂ ਸਾਲ ਚੱਲ ਰਿਹਾ ਹੈ। 46 ਸਾਲ ਬਾਅਦ ਵੀ ਉਹਨਾਂ ਚੋਂ ਇੱਕ ਵੀ ਕਾਤਲ ਦਾ ਨਾਮ ਸਾਹਮਣੇ ਕਿਉਂ ਨਹੀਂ ਆਇਆ? ਫਿਰ 84 ਆ ਗਿਆ, ਇੱਕ ਪਾਸੇ ਦਰਬਾਰ ਸਾਹਿਬ ਤੇ ਹਮਲਾ, ਉੱਥੇ ਵੀ ਇੰਡੀਆ ਦੀ ਮਿਲਟਰੀ
ਆਪਣੇ ਹੀ ਦੇਸ਼ ਦੇ ਨਾਗਰਿਕਾਂ ਨੂੰ ਜਿਹੜਾ ਉਹਨਾਂ ਦੀ ਜ਼ੁਬਾਨ 'ਚ, ਮੈਂ ਨਹੀਂ ਕਹਿੰਦਾ, ਜੀ ਜੀ ਮੇਰਾ ਤਾਂ ਮੰਨਣਾ ਕਿ ਇਹ ਦੇਸ਼ ਸਾਡਾ ਹੈ ਹੀ ਨਹੀਂ। ਜਦੋਂ ਇਹੋ ਜਿਹੀਆਂ ਘਟਨਾਵਾਂ ਸਾਹਮਣੇ ਆ ਗਈਆਂ, ਉਹਨਾਂ ਬੱਚਿਆਂ ਨੂੰ ਚੁੱਕ ਚੁੱਕ ਕੇ ਮਾਰ ਰਹੀ ਹੈ। ਕਿਹੜੇ ਕਾਨੂੰਨ ਦੇ ਤਹਿਤ ਮਾਰ ਰਹੀ ਹੈ? ਕਿਹੜੇ ਹੋਰ ਮੁਲਕ ਦੀਆਂ ਫੋਰਸਾਂ ਨੇ ਜਿਨ੍ਹਾਂ ਨੂੰ ਉਹ ਮਾਰ ਰਹੀ ਹੈ? ਹਿਊਮਨ ਰਾਈਟਸ ਦੇ ਤੌਰ ਤੇ ਤਾਂ ਉਹਨਾਂ ਨੂੰ ਵੀ ਨਹੀਂ ਮਾਰ ਸਕਦੇ, ਪਰ ਇਹ ਤਾਂ ਆਪਣੇ ਦੇਸ਼ ਦੇ ਬੱਚਿਆਂ ਨੂੰ ਮਾਰ ਰਹੀ ਹੈ। ਜੀ ਜੀ ਉਹ ਤੋਂ ਬਾਅਦ 92 ਮੈਂ ਤੁਹਾਨੂੰ ਉਦਾਹਰਨ ਦਿੱਤੀ ਹੈ। ਜੀ ਜੀ ਸਟੇਟ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ, ਕਲਿਆਣ ਸਿੰਘ ਚੀਫ ਮਿਨਿਸਟਰ ਹੈ। ਜੀ ਜੀ ਸੈਂਟਰ ਦੇ ਵਿੱਚ ਵੀ ਕਾਂਗਰਸ ਦੀ ਸਰਕਾਰ ਹੈ ਤੇ ਨਰਸਿਮਹਾ ਰਾਓ ਪ੍ਰਾਈਮ ਮਿਨਿਸਟਰ ਹੈ। ਜੀ 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 ਉਦੋਂ ਵੀ ਪ੍ਰਾਈਮ ਮਿਨਿਸਟਰ ਨਹੀਂ ਬੋਲਦਾ, ਜੀ ਚੀਫ ਮਿਨਿਸਟਰ ਨਹੀਂ ਬੋਲਦਾ, ਤੇ ਖੜੀ ਖੜਾਈ ਬਾਬਰੀ ਮਸਜਿਦ ਬੀਜੇਪੀ ਢਾਹ ਦਿੰਦੀ ਹੈ ਕਾਰ ਸੇਵਕ ਕਹਿ ਕੇ। ਜੀ ਜੀ ਅੱਗੇ 2002 ਆ ਜਾਂਦਾ ਹੈ। 2002 ਦੇ ਵਿੱਚ ਉਹੀ ਕੁਝ ਵਾਪਰਦਾ ਗੁਜਰਾਤ ਦੇ ਵਿੱਚ, ਜੋ ਅੱਜ ਮਨੀਪੁਰ 'ਚ ਵਾਪਰਿਆ। ਜੀ ਜੀ ਸੋ ਅੱਜ ਭਾਵੇਂ ਮਨੀਪੁਰ ਦੀ ਗੱਲ ਕਰ ਲਓ ਜਾਂ ਪੰਜਾਬ ਦੇ ਵਿੱਚ ਅੱਡ ਟਾਈਮਾਂ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਗੱਲ ਕਰ ਲਓ, ਚਾਹੇ ਪੰਜਾਬ ਦੇ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਦੀ ਗੱਲ ਕਰ ਲਓ, ਕਸ਼ਮੀਰ 'ਚ ਛੱਤੀ ਸਿੰਘਪੁਰਾ 'ਚ ਵੀ, ਕਸ਼ਮੀਰ ਵਿੱਚ ਛੱਤੀ ਸਿੰਘਪੁਰਾ ਵੀ, ਤੇ ਕਸ਼ਮੀਰ ਦੀ ਜਿਹੜੀ ਕਾਨੂੰਨੀ ਮਾਨਤਾ 370 ਜੀ ਜੀ ਦੇ ਤਹਿਤ ਦਿੱਤੀ ਗਈ ਸੀ, ਜੀ ਜੀ ਉਹ ਕਾਨੂੰਨ ਕਹਿੰਦਾ ਸੀ, ਉਹ ਕੋਈ ਆਪ ਨਹੀਂ ਕਸ਼ਮੀਰੀਆਂ ਨੇ ਲਿੱਤੀ ਸੀ, ਉਹ ਇੰਡੀਆ ਨਾਲ ਸਮਝੌਤਾ ਹੋਇਆ ਸੀ। ਜੀ 35A ਵੀ ਉੱਥੇ ਕੋਈ ਪ੍ਰਾਪਰਟੀ ਨਹੀਂ ਖਰੀਦ ਸਕਦਾ, ਉਹ ਵੀ ਤੋੜ ਦੇਣਾ, ਲਿਖਤੀ ਸਮਝੌਤਾ ਤੋੜ ਦੇਣਾ ਤੇ ਉੱਥੋਂ ਦੇ ਲੋਕਾਂ ਨੂੰ ਵਿਸ਼ਵਾਸ 'ਚ ਨਾ ਲੈਣਾ। ਇਹ ਕਿੱਥੋਂ ਦਾ ਲੋਕਤੰਤਰ ਹੈ? ਕਿੱਥੋਂ ਦੀ ਜਮਹੂਰੀਅਤ ਹੈ? ਇਹ ਗੱਲ ਆਪਾਂ ਅੱਜ ਕਰ ਰਹੇ ਹਾਂ ਕਿ ਇਹ ਜਮਹੂਰੀ ਤੌਰ ਤੇ ਦੇਸ਼ ਨਹੀਂ ਚੱਲ ਰਿਹਾ। ਕਹਿਣ ਨੂੰ ਸਰਕਾਰਾਂ ਬਦਲਦੀਆਂ ਨੇ, ਪਾਰਟੀਆਂ ਬਦਲਦੀਆਂ ਨੇ, ਪਰ ਜਿਵੇਂ ਦੀਪ ਸਿੱਧੂ ਕਹਿੰਦਾ ਸੀ ਨਾ ਕਿ ਲੋਕਾਂ ਨੂੰ ਡੀਪ ਸਟੇਟ ਦੀ ਪਾਲਿਸੀ ਸਮਝਣ ਦੀ ਲੋੜ ਹੈ। ਜਿਹੜੀ ਡੀਪ ਸਟੇਟ ਹੁੰਦੀ ਹੈ, ਜਿਹੜੀ ਚਾਹੁੰਦੀ ਹੈ ਕਿ ਮੁਲਕ ਕਿਵੇਂ ਚੱਲੇ, ਉਹ ਗੱਲ ਸਿੱਖਾਂ ਨੂੰ ਅੱਜ ਤੱਕ ਸਮਝ ਨਹੀਂ ਆਈ ਬਹੁ ਗਿਣਤੀ 'ਚ। ਜਦੋਂ ਕਿ ਸਿੱਖਾਂ ਬਾਰੇ 1947-48 ਵਿੱਚ ਹੀ ਕਹਿ ਦਿੱਤਾ ਗਿਆ ਸੀ ਕਿ ਇਹ ਇੱਕ ਜਰਾਇਮ ਪੇਸ਼ਾ ਕੌਮ ਹੈ। ਜੀ ਬਿਲਕੁਲ। ਫਿਰ ਸਿੱਖਾਂ ਦੀ ਜਿਹੜੀ ਇੱਕ ਕੌਮੀ ਪਹਿਚਾਣ ਸੀ ਜੀ ਕਿ ਆ ਸਿੱਖ ਲੋਕ ਨੇ, ਇਹਨਾਂ ਦਾ ਇਹ ਜੀਵਨ ਸ਼ੈਲੀ ਹੈ, ਉਹ ਲਿਖਤੀ ਤੌਰ ਤੇ ਖਤਮ ਕਰ ਦਿੱਤੀ ਗਈ। ਕੋਈ ਨਹੀਂ ਬੋਲਿਆ। ਪੰਜਾਬ ਦੇ ਇਲਾਕੇ ਪੰਜਾਬ ਤੋਂ ਕਾਨੂੰਨੀ ਤੌਰ ਤੇ ਅੱਡ ਕਰਤੇ 66 'ਚ। ਜੀ ਜੀ ਚੰਡੀਗੜ੍ਹ ਆ ਕੱਲ ਦੀਆਂ ਗੱਲਾਂ ਨੇ ਅੱਡ ਕਰ ਰਹੇ ਨੇ। ਆ ਹੁਣ ਕਹਿੰਦੇ ਨੇ ਵੀ ਪੰਜਾਬ ਚੰਡੀਗੜ੍ਹ ਜਿਹੜਾ ਕਿ ਪੰਜਾਬ ਦੇ ਪਿੰਡ ਉਜਾੜ ਕੇ ਬਣਿਆ, ਵਿਧਾਨ ਸਭਾ, ਉਹਦੇ ਵਿੱਚ ਵਿਧਾਨ ਸਭਾ ਲਈ ਹਰਿਆਣੇ ਨੂੰ ਜਗ੍ਹਾ ਦੇ ਦਾਂਗੇ। ਮੇਰਾ ਮਤਲਬ ਜੇ ਸਾਰਿਆਂ ਨੂੰ ਜੋੜੀਏ ਨਾ ਤਾਂ ਤੁਹਾਨੂੰ ਕਾਨੂੰਨ ਕਿਤੇ ਨਹੀਂ ਦਿਖੇਗਾ, ਖਾਸ ਕਰ ਘੱਟ ਗਿਣਤੀ ਨੂੰ ਜਾਂ ਉਸ ਸੂਬੇ ਨੂੰ। ਜੰਗਲ ਰਾਜ ਕਹਿ ਲਈ, ਡਿਕਟੇਟਰਸ਼ਿਪ ਕਹਿ ਲਈਏ, ਮੈਨੂੰ ਤਾਂ ਸਾਰੇ ਲਫ਼ਜ਼ ਉਸਤਾਦ ਬਿਆਨ ਸਿੰਘ ਜੀ ਛੋਟੇ ਲੱਗਦੇ ਨੇ। ਜੀ ਜ਼ੁਲਮ ਵੱਡਾ ਹੈ ਇਸ ਮੁਲਕ ਦੇ ਵਿੱਚ, ਘੱਟ ਗਿਣਤੀਆਂ ਤੇ, ਸਿੱਖਾਂ ਤੇ, ਮੁਸਲਮਾਨਾਂ ਤੇ, ਆਦੀਵਾਸੀਆਂ ਤੇ, ਦਲਿਤਾਂ ਤੇ ਜ਼ੁਲਮ ਵੱਡਾ ਹੈ। ਜੀ ਜੀ ਲਫ਼ਜ਼ ਛੋਟੇ ਰਹਿ ਜਾਂਦੇ ਨੇ। ਜੀ ਚਾਹੇ ਅਸੀਂ ਇਹਨੂੰ ਜੰਗਲ ਰਾਜ ਕਹਿ ਲਈਏ, ਚਾਹੇ ਜ਼ੁਲਮੀ ਰਾਜ ਕਹਿ ਲਈਏ, ਮੈਨੂੰ ਇਹ ਸਾਰੀਆਂ ਸੀਮਾਂ ਟੱਪਦਾ ਜਾਂਦਾ ਰਾਜ ਲੱਗਦਾ ਹੈ। ਕਹਿਣ ਨੂੰ ਇਹ ਜਮਹੂਰੀਅਤ ਕਹਿੰਦਾ ਹੈ, ਜਾਂ ਤਾਂ ਇਹ ਆਪਣੇ ਆਪ ਨੂੰ ਜਮਹੂਰੀਅਤ ਕਹਿਣਾ ਛੱਡ ਦੇਵੇ। ਹੁਣ ਸੰਵਿਧਾਨ 'ਚ ਲਿਖਿਆ ਹੈ ਧਰਮ ਨਿਰਪੱਖ ਰਾਜ। ਇਹ ਸੰਵਿਧਾਨ ਦੇ ਪ੍ਰੀਐਂਬਲ 'ਚ ਲਿਖਿਆ ਹੈ, ਜਮਹੂਰੀ ਹੱਕਾਂ ਦੇ ਵਿੱਚ, ਫੰਡਾਮੈਂਟਲ ਰਾਈਟਸ ਦੇ ਵਿੱਚ ਲਿਖਿਆ। ਫੰਡਾਮੈਂਟਲ ਰਾਈਟ ਕਿਸੇ ਵੀ ਮੁਲਕ ਦੇ ਬਦਲਦੇ ਨਹੀਂ ਹੁੰਦੇ, ਪਰ ਜਦੋਂ ਤੁਸੀਂ ਰਾਈਫਲ ਜਹਾਜ਼ ਫਰਾਂਸ ਤੋਂ ਲਿਆਉਂਦੇ ਹੋ, ਉਹਦੀ ਤੁਸੀਂ ਪੂਜਾ ਹਿੰਦੂ ਤਰੀਕੇ ਨਾਲ ਕਰਦੇ ਹੋ, ਉੱਥੇ ਸਵਾਸਤਕ ਦਾ ਨਿਸ਼ਾਨ ਬਣਾਉਂਦੇ ਹੋ ਰਾਜਨਾਥ ਸਿੰਘ ਜੀ, ਫਿਰ ਸਿੱਖਾਂ ਦਾ ਏਕ ਓਂਕਾਰ, ਮੁਸਲਮਾਨਾਂ ਦਾ ਜੋ ਵੀ ਉਹਨਾਂ ਦਾ ਅੱਲਾ ਦਾ ਸਿੰਬਲ ਹੈ ਚੰਦ ਤਾਰਾ, ਤੇ ਜੈਨੀਆਂ ਬੋਧੀਆਂ ਦਾ ਜਾਂ ਈਸਾਈਆਂ ਦਾ, ਉਹ ਜੋ ਉੱਥੇ ਨਹੀਂ ਛਪਦਾ, ਤਾਂ ਤੁਸੀਂ ਉਸ, ਕਿਉਂਕਿ ਪੈਸਾ 2-4 ਪੈਸੇ ਹਰ ਇੱਕ ਕੌਮ ਨੇ ਖਰਚੇ ਨੇ ਐਜ਼ ਅ ਟੈਕਸ, ਪਰ ਉੱਥੇ ਦੇਖਣ ਨੂੰ ਉਹ ਹਿੰਦੂ ਲੱਗਦਾ ਹੈ, ਕਿਉਂਕਿ ਇੱਕ ਕਿਰਿਆ ਹਿੰਦੂ ਕਰਦਾ ਹੈ, ਇੱਕ ਸਿੱਖ ਕਰਦਾ ਹੈ, ਇੱਕ ਮੁਸਲਮਾਨ ਕਰਦਾ ਹੈ, ਇੱਕ ਈਸਾਈ ਕਰਦਾ ਹੈ, ਜੈਨੀ, ਬੋਧੀ, ਆਦੀਵਾਸੀ, ਦਲਿਤ, ਹਰ ਇੱਕ ਦੀ ਆਪਣੀ ਆਪਣੀ ਜੀਵਨ ਸ਼ੈਲੀ ਹੈ। ਜਾਂ ਤਾਂ ਕੁਛ ਨਾ ਕਰੋ, ਕਹਿ ਦਿਓ ਜੀ ਠੀਕ ਹੈ, ਇਹ ਅਸੀਂ ਜਹਾਜ਼ ਖਰੀਦਿਆ ਹੈ, ਵੀ ਡੈਡੀਕੇਟ ਇਟ ਟੂ ਦਾ ਇੰਡੀਅਨ ਪੀਪਲ, ਅਸੀਂ ਇਹਨੂੰ ਅੱਜ ਸਮਰਪਿਤ ਕਰਦੇ ਹਾਂ ਭਾਰਤ ਦੇ ਲੋਕਾਂ ਨੂੰ। ਫਿਰ ਤਾਂ ਗੱਲ ਸਮਝ ਆਉਂਦੀ ਹੈ। ਪਰ ਜੇਕਰ ਧਰਮ ਨਿਰਪੱਖ ਰਾਜ ਦੇ ਵਿੱਚ, ਸਟੇਟ ਦੇ ਵਿੱਚ ਇੱਕੋ ਹੀ ਧਰਮ ਨੂੰ
ਤੁਸੀਂ ਪ੍ਰਮੋਟ ਕਰੋਗੇ ਹੂੰ ਆਪਣੇ ਨੈਸ਼ਨਲ ਡੇਜ਼ ਦੇ ਉੱਪਰ ਜੀ ਤਾਂ ਫਿਰ ਦੂਜੀਆਂ ਧਰਮਾਂ ਨੂੰ, ਘੱਟ ਗਿਣਤੀਆਂ ਨੂੰ ਤੌਖਲਾ ਹੋਣਾ। ਪਰ ਤੌਖਲਾ ਤਾਂ ਲਫ਼ਜ਼ ਫਿਰ ਦੁਬਾਰਾ ਮੈਂ ਕਹੂੰਗਾ ਛੋਟਾ ਹੈ, ਜਦੋਂ ਸਾਰਾ ਕੁਝ ਦਾ ਪ੍ਰਤੱਖ ਹੋ ਰਿਹਾ ਹੈ। ਹੂੰ ਤੌਖਲਾ ਤਾਂ ਹੁੰਦਾ ਜਦੋਂ ਕੋਈ ਓਹਲਾ ਹੁੰਦਾ ਹੈ, ਜੀ ਜੀ ਕੋਈ ਚੀਜ਼ ਓਹਲੇ ਤਾਂ ਰਹੀ ਨਹੀਂ ਹੈ। ਹੂੰ ਉਹ ਸ਼ਰੇਆਮ ਮਾਰ ਰਹੇ ਨੇ ਹੂੰ ਔਰ ਗੈਰ ਕਾਨੂੰਨੀ ਤੇ ਗੈਰ ਇਖਲਾਕੀ ਤਰੀਕੇ ਨਾਲ ਮਾਰ ਰਹੇ ਨੇ। ਜੀ ਜੀ ਛੋਟੀ ਜਿਹੀ ਉਦਾਹਰਨ ਦੇ ਦੇਣਾ ਵਿੱਚ ਮੈਂ ਕਿ ਸਾਹਿਬ ਪ੍ਰਵਿੰਦਰ ਸਿੰਘ ਝੋਟਾ ਫੜ ਲਿਆ। ਹੂੰ ਕੀ ਸਾਨੂੰ ਇਹ ਨਹੀਂ ਪਤਾ ਵੀ ਇਹੋ ਜਿਹਾ ਜੇ ਕੋਈ ਕਿਸੇ ਤੇ ਦੋਸ਼ ਲੱਗਦਾ ਹੈ, ਜਿਵੇਂ ਉਹਨਾਂ ਨੇ ਲਾਏ ਨੇ, ਜੀ। ਜਿਵੇਂ ਕਾਜ ਕਿ ਬੀਬੀ ਮੁੱਕਰੀ ਗਈ ਵੀ ਮੈਨੂੰ ਤਾਂ ਪੁਲਿਸ ਨੇ ਧੱਕੇ ਨਾਲ ਇਹ ਕੇਸ ਕਰਵਾਇਆ, ਜੀ ਤੁਸੀਂ ਕੰਧਾਂ ਟੱਪ ਕੇ ਉਹਨੂੰ ਬੇਇੱਜ਼ਤ ਕਰਕੇ, ਉਹਦੇ ਪਿਓ ਨੂੰ ਘੜੀਸ ਕੇ, ਉਹਦੀ ਮਿਸਿਸ ਨੂੰ ਮਾੜਾ ਬੋਲ ਕੇ, ਧੱਕੇ ਮਾਰ ਕੇ ਉਹਨੂੰ ਕਿਉਂ ਗ੍ਰਿਫਤਾਰ ਕਰ ਰਹੇ ਹੋ? ਤੁਸੀਂ ਉਹਦੇ ਬਾਹਰ ਖੜ ਜਾਓ, 24 ਘੰਟੇ ਦੇ ਵਿੱਚ ਆ ਜਾ ਬਾਹਰ ਬਈ, ਉਹ ਤਿਆਰ ਹੋ ਕੇ ਨਹਾ ਧੋ ਕੇ ਆ ਜਾਵੇ। ਜੀ ਜੀ ਉਸ ਤੋਂ ਬਾਅਦ ਕਾਨੂੰਨ ਦੀ ਜਿਹੜੀ ਪ੍ਰਕਿਰਿਆ ਹੈ, ਪਰ ਇਹ ਕਿਉਂ ਕੀਤਾ ਜਾਂਦਾ ਹੈ? ਜਲੀਲ ਕਰਨ ਵਾਸਤੇ। ਦੀਪ ਸਿੱਧੂ ਦਾ ਜੋ ਹੋਇਆ, ਮੂਸੇਵਾਲੇ ਦਾ ਜੋ ਹੋਇਆ, ਅਸੀਂ ਹੁਣ ਕਰ ਦਾਂਗੇ ਜੀ। ਇੱਕ ਬੰਦਾ ਕਹਿੰਦਾ ਹੈ ਜੇਲ੍ਹ 'ਚ ਬੈਠ ਕੇ ਕਿ ਮੈਂ ਕਤਲ ਕੀਤਾ ਹੈ, ਉਹਦੀਆਂ ਜੇਲ੍ਹ 'ਚੋਂ ਟੀਵੀ ਇੰਟਰਵਿਊਜ਼ ਹੁੰਦੀਆਂ ਨੇ, ਡੀਜੀਪੀ ਕਹਿੰਦਾ ਇਹ ਪੰਜਾਬ 'ਚ ਨਹੀਂ ਹੋਈ, ਦੂਜੇ ਦਿਨ ਉਹ ਪੰਜਾਬ 'ਚ ਕਰ ਦਿੰਦਾ ਵੀ ਆਹ ਹੁਣ ਕਰ ਰਹੇ ਹਾਂ, ਫਿਰ ਡੀਜੀਪੀ ਬੋਲਦੇ ਹੀ ਨਹੀਂ। ਹੁਣ ਇਹ ਸਾਰੀਆਂ ਗੱਲਾਂ ਦਾ ਨਿਚੋੜ ਇਹ ਨਿਕਲਦਾ ਹੈ, ਮਣੀਪੁਰ ਵਰਗੀਆਂ ਘਟਨਾਵਾਂ ਬੇਸ਼ੱਕ ਦੁਖਦਾਇਕ ਨੇ, ਪਰ ਇਸ ਮੁਲਕ ਦੇ ਵਿੱਚ ਹਿੰਦੂ ਰਾਸ਼ਟਰ ਦੀ ਸਥਾਪਨਾ ਬਹੁਤ ਵੱਡੀ ਪੱਧਰ ਤੇ ਹੋ ਚੁੱਕੀ ਹੈ। ਇਹ ਵਿਪਰਵਾਦ ਦਾ ਰਾਜ ਹੈ, ਇਹ ਬਾਹਮਣ ਦਾ ਰਾਜ ਹੈ, ਤੇ ਬਾਹਮਣ ਦੇ ਰਾਜ ਵਿੱਚ ਕੋਈ ਵੀ ਦੂਜਾ ਸੁਖੀ ਨਾ ਪਹਿਲਾਂ ਰਿਹਾ, ਵੈਸੇ ਤਾਂ ਅੰਦਰ ਰਾਜ ਵੀ ਪਹਿਲਾਂ ਨਹੀਂ ਰਿਹਾ ਕਦੇ, ਤੇ ਨਾ ਉਹ ਰਹਿ ਸਕਦਾ, ਕਿਉਂਕਿ ਉਹਨਾਂ ਦੀ ਜਿਹੜੀ ਆਈਡੀਓਲੋਜੀ ਹੈ ਜਿਹਦੇ ਤਹਿਤ ਉਹ ਚੱਲਦੇ ਨੇ, ਉਹ ਵੰਡੀ ਹੋਈ ਆ ਜਾਤਾਂ ਦੇ ਵਿੱਚ। ਜਿਹੜੀ ਆਈਡੀਓਲੋਜੀ ਮਨੁੱਖ ਨੂੰ ਜਨਮ ਤੋਂ ਹੀ ਉੱਚਾ ਜਾਂ ਨੀਵਾਂ ਮੰਨਦੀ ਹੈ, ਉਸ ਆਈਡੀਓਲੋਜੀ ਦੇ ਰਾਜ ਦੇ ਵਿੱਚ ਕਿਸੇ ਵੀ ਗੈਰ ਵਿਪਰ ਦੇ ਮਨੂਵਾਦੀ ਤੋਂ ਬਿਨਾਂ ਦੂਜੇ ਦਾ ਸੁਰੱਖਿਅਤ ਤੇ ਖੁਸ਼ ਰਹਿਣਾ ਅਸੁਭਾਵਿਕ ਹੈ, ਸੁਭਾਵਿਕ ਨਹੀਂ ਲੱਗਦਾ ਮੈਨੂੰ। ਤੇ ਉਹੀ ਕੁਛ ਜਿਹੜਾ ਤੁਸੀਂ ਸਵਾਲ ਪੁੱਛਿਆ ਹੈ, ਬੇਸ਼ੱਕ ਤੁਸੀਂ ਮਣੀਪੁਰ ਤੇ ਸਵਾਲ ਪੁੱਛਿਆ ਹੈ, ਜੋ ਅੱਜ ਵਾਪਰਿਆ ਹੈ, ਨੰਗੀਆਂ ਕੁੜੀਆਂ ਕਰਕੇ ਸਮਾਜ ਦੇ ਵਿੱਚ ਤੁਸੀਂ ਕਰ ਦਿਓ, ਤੇ ਕੁੜੀਆਂ ਕਹਿੰਦੀਆਂ ਨੇ ਸਾਡੇ ਹਵਾਲੇ ਕਰ ਦਿਓ ਉਹ ਕਾਤਲ, ਕਿਉਂਕਿ ਸਾਨੂੰ ਪੁਲਿਸ ਨੇ ਫੜ ਕੇ ਭੀੜ ਦੇ ਹਵਾਲੇ ਕੀਤਾ ਹੈ। ਇਸ ਤੋਂ ਵੱਡਾ ਪ੍ਰੂਫ ਕੀ ਚਾਹੀਦਾ? ਜਦ ਕਿ ਸੁਪਰੀਮ ਕੋਰਟ ਕਹਿ ਚੁੱਕੀ ਹੈ ਅੱਜ ਤੋਂ 2 ਸਾਲ ਪਹਿਲਾਂ ਕਿ ਕੋਈ ਬੀਬੀ ਆ ਕੇ ਕੋਰਟ 'ਚ ਕਹਿ ਦਿੰਦੀ ਹੈ ਕਿ ਉਹਦੇ ਨਾਲ ਰੇਪ ਹੋਇਆ, ਕਹਿ ਦਿੰਦੀ ਹੈ, ਉਹੀ ਬਹੁਤ ਹੈ। ਉਹਨੂੰ ਕਈ ਸਾਲ ਲੱਗ ਜਾਂਦੇ, ਕਿਉਂਕਿ ਉਹ ਇੱਕ ਸੈਂਸਿਟੀਵਿਟੀ ਹੈ ਕਿ ਇੱਕ ਸਮਾਜ ਦੇ ਵਿੱਚ ਇਸਤਰੀ ਦਾ ਰੋਲ ਕੀ ਹੁੰਦਾ ਹੈ, ਉਹਦਾ ਸਟੇਟਸ ਕੀ ਹੁੰਦਾ ਹੈ। ਤੇ ਉਹਨਾਂ ਬੱਚੀਆਂ ਨੂੰ, ਉਹਨਾਂ ਬੀਬੀਆਂ ਨੂੰ, ਜਿਹੜੀਆਂ ਸਾਡੀਆਂ ਮਾਵਾਂ ਵੀ ਹੋ ਸਕਦੀਆਂ ਨੇ, ਸਾਡੀਆਂ ਭੈਣਾਂ ਵੀ ਹੋ ਸਕਦੀਆਂ ਨੇ, ਸਾਡੀਆਂ ਮਿਸਿਸਾਂ ਵੀ ਹੋ ਸਕਦੀਆਂ ਨੇ, ਸਾਡੇ ਸਮਾਜ 'ਚ ਰਹਿੰਦੀਆਂ ਬੱਚੀਆਂ ਵੀ ਹੋ ਸਕਦੀਆਂ ਨੇ, ਜੇ ਉਹਨਾਂ ਨੂੰ ਮਾਫ ਕਰਿਓ ਤੁਹਾਨੂੰ ਨਗਨ ਰੂਪ ਵਿੱਚ ਦੇਖਣਾ ਪਊਗਾ। ਹਾਂ, ਇਹ ਮੈਂ ਮੰਨਦਾ, ਇੱਥੇ ਮੈਂ ਕਹਿਣਾ ਵੀ ਚਾਹੁੰਦਾ ਕਿ ਪੰਜਾਬ ਦੇ ਵਿੱਚ ਜਦੋਂ ਇਹ ਕਾਲਾ ਦੌਰ ਚੱਲ ਰਿਹਾ ਸੀ, ਜਦੋਂ ਸਾਡੇ ਝੂਠੇ ਪੁਲਿਸ ਮੁਕਾਬਲੇ ਕੀਤੇ ਜਾ ਰਹੇ ਸੀ, ਉਦੋਂ ਵੀ ਸੱਚ ਹੈ, ਸਾਨੂੰ ਸ਼ਰਮ ਨਾਲ ਇਹ ਸੱਚ ਮੰਨਣਾ ਪੈਂਦਾ ਹੈ ਕਿ ਸਾਡੀਆਂ ਧੀਆਂ ਨੂੰ ਆਪਣੇ ਪਿਓਾਂ ਨਾਲ ਨੰਗੇ ਪਾਇਆ ਹੈ। ਜੇ ਇਦਾਂ ਇੱਕ ਤੇ ਕੋਈ ਚੁੱਪ ਰਹੇਗਾ ਤਾਂ ਦੂਜੇ ਨਾਲ ਵੀ ਹੋਊਗਾ। ਦੂਜੇ ਤੇ ਕੋਈ ਚੁੱਪ ਰਹੇਗਾ। ਇਹ ਸਾਰੀਆਂ ਘਟਨਾ ਇੱਕ ਦੂਜੇ ਨਾਲ ਕਨੈਕਟਡ ਨੇ। ਜਿਵੇਂ ਪ੍ਰੋਫੈਸਰ ਸਾਹਿਬ ਨੇ ਇੱਕ ਲੜੀ ਜੋੜ ਦਿੱਤੀ ਹੈ ਕਿ ਮਣੀਪੁਰ ਵਾਲੀ ਘਟਨਾ ਜੇ ਹੋਈ ਹੈ, ਇਹਦਾ ਪਿਛਲਾ ਇਤਿਹਾਸ ਸਾਰਾ ਵੇਖ ਲਓ, ਕਿਵੇਂ ਕਿਵੇਂ ਸਰਕਾਰਾਂ ਨੇ ਇੱਕ ਤੋਂ ਇੱਕ ਜਿਹੜੇ ਦੋਸ਼ੀ ਸਨ ਉਹਨਾਂ ਨੂੰ ਸ਼ਹਿ ਦਿੱਤੀ ਗਈ, ਉਹਨਾਂ ਨੂੰ ਬਚਾਇਆ ਜਾਂਦਾ ਹੈ, ਫਿਰ 15 ਅਗਸਤ ਵਾਲੇ ਦਿਨ ਉਹਨਾਂ ਨੂੰ ਰਿਹਾ ਕੀਤਾ ਜਾਂਦਾ, ਹਾਰ ਪਾਏ ਜਾਂਦੇ ਨੇ ਕਿ ਤੇ ਬੜੇ ਵਧੀਆ ਜਿਹੜੇ ਸਮਾਜ ਵਿੱਚ ਰਹਿਣ ਵਾਲੇ ਲੋਕ ਨੇ, ਜੇ ਇਹੋ ਜਿਹੇ ਬਲਾਤਕਾਰੀਆਂ ਨੂੰ, ਇਹੋ ਜਿਹੇ ਜਿਹੜੇ ਸਮਾਜ ਵਿੱਚ ਘਿਨਾਉਣੇ ਕੰਮ ਕਰਦੇ ਨੇ, ਜੇ ਉਹਨਾਂ ਨੂੰ ਸਰਕਾਰ ਦੇ ਬੰਦੇ ਆਪ ਹੀ ਸ਼ਹਿ ਦੇਣਗੇ, ਫਿਰ ਮਣੀਪੁਰ ਵਾਲੀ ਘਟਨਾ ਇੱਕ ਨਹੀਂ, ਹਰ ਦੇਸ਼ ਵਿੱਚ ਹਰ ਜਗ੍ਹਾ ਤੇ ਹੋਵੇਗੀ। ਅੱਜ ਮਣੀਪੁਰ ਦਾ ਮਸਲਾ ਨਹੀਂ, ਉੱਥੇ ਧੀਆਂ ਦੇ ਨਾਲ ਇਹ ਕੁਝ ਹੋਇਆ, ਇਹ ਕੱਲ੍ਹ ਨੂੰ ਸਾਡੇ ਪੰਜਾਬ ਵਿੱਚ ਵੀ ਹੋ ਸਕਦਾ ਹੈ, ਸਾਡੇ ਲਾਗੇ ਹੋਰ ਨੇੜੇ ਰਾਜਾਂ ਵਿੱਚ ਵੀ ਹੋ ਸਕਦਾ ਹੈ। ਪਰ ਕਦੋਂ ਤੱਕ ਅਸੀਂ ਇਹ ਕੁਝ ਬਰਦਾਸ਼ਤ ਕਰਦੇ ਰਹਾਂਗੇ, ਆਪਣੀਆਂ ਬੱਚੀਆਂ ਦੀ, ਆਪਣੀਆਂ ਧੀਆਂ ਨੂੰ ਬੇਪਤ ਹੁੰਦੇ ਵੇਖਦੇ ਰਹਾਂਗੇ? ਸਾਨੂੰ ਬੋਲਣਾ ਪਵੇਗਾ। ਜੇ ਮਣੀਪੁਰ ਘਟਨਾ ਵਾਪਰਦੀ ਹੈ, ਉਹਦਾ ਕਾਰਨ ਇਹ ਲੋਕ
ਖੁਦ ਨੇ ਜਿਹੜੇ ਰਾਜਨੀਤਿਕ ਨੇ, ਸਰਕਾਰਾਂ ਆਪ ਕਰਵਾ ਰਹੀਆਂ ਨੇ, ਜਿਵੇਂ ਪ੍ਰੋਫੈਸਰ ਸਾਹਿਬ ਨੇ ਇਹ ਗੱਲ ਕਹੀ ਹੈ, ਪਰ ਸਾਨੂੰ ਅਵੇਅਰ ਹੋਣ ਦੀ ਲੋੜ ਆ। ਸੋ ਮਣੀਪੁਰ ਦੀ ਘਟਨਾ ਨੂੰ ਜਿੰਨਾ ਨਿੰਦਿਆ ਜਾਵੇ ਉਨਾ ਥੋੜ੍ਹਾ। ਅਸੀਂ ਧੰਨਵਾਦ ਕਰਦੇ ਹਾਂ ਪ੍ਰੋਫੈਸਰ ਸਾਹਿਬ ਦਾ, ਜਿਨ੍ਹਾਂ ਨੇ ਇੱਕ ਲੜੀ ਜੋੜ ਕੇ ਇਹ ਘਟਨਾ ਨੂੰ ਦੱਸਿਆ ਹੈ ਕਿ ਇਹ ਲੋਕ ਕਿਵੇਂ ਸ਼ਹਿ ਦੇ ਨਾਲ ਇਹ ਕੰਮ ਕਰਦੇ ਨੇ। ਸੋ ਜੁੜੇ ਰਹੋ ਅਕਾਲ ਚੈਨਲ ਦੇ ਨਾਲ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।